ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਤ ਜੀ ਪੇਸ਼ਾਵਰ ਤੋਂ ਹਰੀਪੁਰ ਆਏ। ਉਸ ਵੇਲੇ ਪੰਡਤ ਕਾਲਾ ਸਿੰਘ ਜੀ ਅਤੇ ਸਵਾਮੀ ਕੇਸ਼ੋ ਦਾਸ ਜੀ ਮੰਡਲੀ ਇੱਥੇ ਆਈ ਹੋਈ ਸੀ। ਸਤਸੰਗ ਦਾ ਬਹੁਤ ਰੰਗ ਚੜ੍ਹਿਆ। ਬਾਬਾ ਅਜੀਤ ਸਿੰਘ ਅਤੇ ਸੈਂਕੜੇ ਮਾਈ ਭਾਈ ਨੇ ਅੰਮ੍ਰਿਤ ਛਕਿਆ। ਹਰੀਪੁਰ ਤੋਂ ਸੰਤ ਜੀ ਰਾਵਲਪਿੰਡ ਆਏ ਅਤੇ ਮਲਕ ਮੋਹਨ ਸਿੰਘ ਜੀ ਦੇ ਮਕਾਨ ਵਿੱਚ ਡੇਰਾ ਕੀਤਾ। ਇਹਨਾਂ ਦਿਨਾਂ ਵਿੱਚ ਟਿੱਕਾ ਰਿਪੂ ਦਮਨ ਸਿੰਘ ਜੀ ਸਪੁੱਤਰ ਮਹਾਰਾਜਾ ਹੀਰਾ ਸਿੰਘ ਜੀ ਵਾਲੀਆ ਨਾਭਾ ਨੇ ਕਸ਼ਮੀਰ ਵੱਲ ਜਾਂਦੇ ਹੋਏ ਰਾਵਲਪਿੰਡੀ ਡੇਰੇ ਲਾਏ। ਸੰਤ ਜੀ ਮਹਾਰਾਜ ਦੇ ਪ੍ਰਤਾਪ ਅਤੇ ਹਰ ਰੋਜ਼ ਦੇ ਸਤਸੰਗ ਦੀ ਇਹਨਾਂ ਨੂੰ ਖਬਰ ਪੁੱਜੀ। ਇਹ ਬੜੇ ਅਦਬ ਅਤੇ ਸ਼ਰਧਾ ਨਾਲ ਦਰਸ਼ਨ ਕਰਨ ਲਈ ਆਏ ਅਤੇ ਫਿਰ ਕਈ ਦਿਨ ਲਗਾਤਾਰ ਸਵੇਰੇ ਸ਼ਾਮ ਦੀਵਾਨ ਵਿੱਚ ਆਉਂਦੇ ਰਹੇ। ਸਵੇਰ ਦੇ ਵਕਤ ਆਸਾ ਜੀ ਦੀ ਵਾਰ ਦੇ ਭੋਗ ਮਗਰੋਂ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੰਤ ਤੇਜਾ ਸਿੰਘ ਜੀ, ਜੋ ਪਿੱਛੋਂ ਨਨਕਾਣੇ ਸਾਹਿਬ ਦੇ ਹੈੱਡ ਗ੍ਰੰਥੀ ਰਹੇ, ਕਰਦੇ ਅਤੇ ਟਿੱਕਾ ਸਾਹਿਬ ਬੜੇ ਪ੍ਰੇਮ ਨਾਲ ਸੁਣਦੇ ਰਹਿੰਦੇ। ਇੱਕ ਦਿਨ ਦੀਵਾਨ ਦੇ ਭੋਗ ਮਗਰੋਂ ਟਿੱਕਾ ਸਾਹਿਬ ਨੇ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਬੇਨਤੀ ਕੀਤੀ, ਮਹਾਰਾਜ, ਮਾਲਵੇ ਦੇਸ਼ ਵਿੱਚ ਪ੍ਰਚਾਰ ਦੀ ਬੜੀ ਲੋੜ ਹੈ, ਆਪ ਉਸ ਦੇਸ਼ 'ਤੇ ਕਿਰਪਾ ਕਰੋ। ਸੰਤ ਜੀ ਨੇ ਫਰਮਾਇਆ ਕਿ ਅਸੀਂ ਉਸ ਦੇਸ਼ ਵਿੱਚ ਖਾਲਸਾ ਜੀ ਦਾ ਇੱਕ ਕੇਂਦਰ ਰਚ ਰਹੇ ਹਾਂ। ਸਾਡਾ ਸੰਕਲਪ ਹੈ ਕਿ ਉੱਥੇ ਮਾਲਵੇ ਲਈ ਵਿੱਦਿਆ ਦੀ ਯੂਨੀਵਰਸਿਟੀ ਬਣੇ। ਫਿਰ ਸਹਿਜ ਸੁਭਾਅ ਮਾਲਵੇ ਵਿੱਚ ਬੜਾ ਹੀ ਪ੍ਰਚਾਰ ਹੋਵੇਗਾ, ਪਰ ਉਹ ਦੇਸ਼ ਮਾਇਆ ਕਰਕੇ ਕਮਜ਼ੋਰ ਹੈ। ਸੰਤ ਜੀ ਦਾ ਇਹ ਬਚਨ ਸੁਣ ਕੇ ਟਿੱਕਾ ਸਾਹਿਬ ਨੇ ਆਖਿਆ, ਆਪ ਮਾਲਵੇ 'ਤੇ ਕਿਰਪਾ ਕਰੋ, ਮਾਇਆ ਦੀ ਸੇਵਾ ਦਾਸ ਕਰੇਗਾ। ਇਹਨਾਂ ਦਿਨਾਂ ਵਿੱਚ ਸਰਦਾਰ ਸੇਵਾ ਰਾਮ ਸਿੰਘ ਜੀ ਅਤੇ ਇਹਨਾਂ ਦੇ ਪਿਤਾ ਲਾਲਾ ਗੁਰਦਾਸ ਅਤੇ ਭਾਈ ਗੋਬਿੰਦ ਦਾਸ ਨੇ ਅੰਮ੍ਰਿਤ ਛਕਿਆ। ਸਰਦਾਰ ਜੀ ਦਾ ਨਾਮ ਪਹਿਲਾਂ ਸੇਵਾ ਰਾਮ ਸੀ ਅਤੇ ਇਹਨਾਂ ਦੇ ਪਿਤਾ ਪਿੰਡੀ ਵਿੱਚ ਨਾਇਬ ਤਹਿਸੀਲਦਾਰ ਸਨ। ਇਸ ਤੋਂ ਪਹਿਲਾਂ ਵੀ 2 ਵਾਰੀ ਭਾਈ ਸੇਵਾ ਰਾਮ ਨੂੰ ਸੰਤ ਜੀ ਮਹਾਰਾਜ ਨੇ ਅੰਮ੍ਰਿਤ ਛਕਣ ਵਾਸਤੇ ਆਖਿਆ ਕਿ ਭਾਈ, ਅੰਮ੍ਰਿਤ ਛਕ ਕੇ ਪੱਕਾ ਗੁਰੂ ਦਾ ਸਿੱਖ ਹੋ ਜਾ, ਪਰ ਇਹ ਪ੍ਰੇਮੀ ਟਾਲਦਾ ਰਿਹਾ। ਇਸ ਵਾਰੀ ਭਾਈ ਸੇਵਾ ਰਾਮ ਜੀ ਜਦ ਸੰਤ ਜੀ ਮਹਾਰਾਜ ਪਾਸ ਗਏ, ਸੰਤ ਜੀ ਨੇ ਜੱਫੀ ਵਿੱਚ ਲੈ ਲਿਆ ਅਤੇ ਹੱਸ ਕੇ ਕਿਹਾ, ਭਾਈ, ਅੱਜ ਤੂੰ ਅੰਮ੍ਰਿਤ ਛਕ ਲੈ। ਗਲੇ ਲਾਉਂਦਿਆਂ ਹੀ ਭਾਈ ਸੇਵਾ ਰਾਮ ਜੀ ਦੇ ਸਾਰੇ ਖਿਆਲ ਬਦਲ ਗਏ ਅਤੇ ਇਹਨਾਂ ਨੇ ਆਖਿਆ, ਸਤ ਬਚਨ ਮਹਾਰਾਜ। ਉਸੇ ਦਿਨ ਅੰਮ੍ਰਿਤ ਛਕਿਆ। ਅੰਮ੍ਰਿਤ ਦੇ ਬਾਟੇ ਦੀ ਤਿਆਰੀ ਹੋ ਗਈ ਅਤੇ 40 ਸੱਜਣਾਂ ਨੇ, ਜਿਨ੍ਹਾਂ ਵਿੱਚੋਂ 15 ਸਹਿਜਧਾਰੀ ਸਨ, ਅੰਮ੍ਰਿਤ ਛਕਿਆ। ਅੰਮ੍ਰਿਤ ਪ੍ਰਚਾਰ ਮਗਰੋਂ ਭਰੇ ਦੀਵਾਨ ਵਿੱਚ ਸੰਤ ਜੀ ਮਹਾਰਾਜ ਨੇ ਸਰਦਾਰ ਸੇਵਾ ਰਾਮ ਸਿੰਘ ਜੀ ਨੂੰ ਅੰਮ੍ਰਿਤ ਉੱਤੇ ਲੈਕਚਰ ਕਰਨ ਦਾ ਹੁਕਮ ਦਿੱਤਾ। ਇਹ 40 ਮਿੰਟ ਬੋਲੇ। ਸੰਗਤ ਤੇ ਬੜਾ ਅਸਰ ਹੋਇਆ। ਲੋਕੀ ਆਖਦੇ ਸਨ ਕਿ ਸੰਤ ਜੀ ਮਹਾਰਾਜ ਤੋਂ ਹੀ ਪ੍ਰੇਰਕ ਹੋ ਕੇ ਸੇਵਾ ਰਾਮ ਸਿੰਘ ਬੋਲ ਰਹੇ ਹਨ। ਫਿਰ ਕਈ ਦਿਨ ਲਗਾਤਾਰ ਪ੍ਰਚਾਰ ਹੁੰਦਾ ਰਿਹਾ। ਸੈਂਕੜੇ ਮਾਈ ਭਾਈ ਸਤਿਗੁਰੂ ਕਲਗੀਆਂ ਵਾਲੇ ਦੇ ਜਹਾਜ਼ 'ਤੇ ਚੜ੍ਹੇ। ਰਾਵਲਪਿੰਡੀ ਤੋਂ ਸੰਤ ਜੀ ਕੋਹਮਰੀ ਗਏ, ਉੱਥੋਂ ਘਨੌਏ ਆ ਗਏ ਅਤੇ ਕੁਝ ਦਿਨ ਆਰਾਮ ਕੀਤਾ। ਪਿੰਡ ਦੀ ਸੰਗਤ ਨੂੰ ਜਦ ਪਤਾ ਲੱਗਾ ਕਿ ਸੰਤ ਜੀ ਮਹਾਰਾਜ ਆਪਣੇ ਤਪ ਅਸਥਾਨ ਘਨੌਏ ਗਏ ਹਨ, ਉਹਨਾਂ ਵਿੱਚ ਉਤਸ਼ਾਹ ਪੈਦਾ ਹੋਇਆ ਕਿ ਚਲੋ ਸੰਤ ਜੀ ਮਹਾਰਾਜ ਦੇ ਦਰਸ਼ਨ ਕਰੀਏ ਅਤੇ ਨਾਲ ਹੀ ਤਪ ਅਸਥਾਨ ਦੀ ਚਰਨ ਧੂੜ ਵੀ ਲੈ ਆਈਏ। ਸਰਦਾਰ ਸੇਵਾ ਰਾਮ ਸਿੰਘ ਜੀ, ਇਹਨਾਂ ਦੇ ਸਾਂਢੂ ਲਾਲਾ ਈਸ਼ਰ ਦਾਸ, ਮਾਸਟਰ ਮੁਕੰਦ ਸਿੰਘ ਤੇ ਕੁਝ ਸਰੀਰ ਮਾਨਕਿਆਲੇ ਆ ਉਤਰੇ। ਇਸ ਵਕਤ ਬਾਰਿਸ਼ ਸ਼ੁਰੂ ਸੀ, ਪਰ ਸਭ ਦੇ ਚਿੱਤ ਵਿੱਚ ਦਰਸ਼ਨ ਦਾ ਬੜਾ ਉਤਸ਼ਾਹ ਸੀ। 6 ਵਜੇ ਬਾਰਿਸ਼ ਹੁੰਦੀ ਵਿੱਚ ਹੀ ਟੁਰ ਪਏ ਅਤੇ 10 ਵਜੇ ਕੱਲਰ ਅੱਪੜ ਗਏ। ਬਾਜ਼ਾਰ ਵਿੱਚ ਇਹਨਾਂ ਨੂੰ ਚੌਧਰੀ ਸੁੰਦਰ ਸਿੰਘ ਜੀ ਮਿਲ ਪਏ ਅਤੇ ਆਪਣੇ ਘਰ ਲੈ ਗਏ ਤੇ ਜਲ ਪਾਣੀ ਪ੍ਰਸ਼ਾਦੇ ਦੀ ਸੇਵਾ ਕੀਤੀ। 12:30 ਵਜੇ ਰਾਵਲਪਿੰਡੀ ਦੀ ਕੁਝ ਹੋਰ ਸੰਗਤ ਗੁੱਜਰ ਖਾਂ ਰਸਤੇ ਕੱਲਰ ਅੱਪੜ ਗਈ। ਹੁਣ ਸਾਰੇ ਦੇ ਸਾਰੇ ਘਨੌਏ ਵੱਲ ਤੁਰ ਪਏ। ਅਜੇ ਕਾਸ਼ੀ ਨਾਲਾ ਟੱਪੇ ਹੀ ਸਨ ਕਿ ਸਰਦਾਰ ਸੇਵਾ ਰਾਮ ਸਿੰਘ ਜੀ ਥਕਾਵਟ ਦੀਆਂ ਖੱਲੀਆਂ ਲਾਉਣ ਲਈ ਦੌੜ ਪਏ ਅਤੇ ਸੰਗਤ ਪਾਸੋਂ ਮੀਲ ਕੁ ਅੱਗੇ ਲੰਘ ਗਏ। ਬਾਰਿਸ਼ ਫਿਰ ਬੜੇ ਜ਼ੋਰ ਦੀ ਸ਼ੁਰੂ ਹੋ ਗਈ। ਰਸਤੇ ਵਿੱਚ 1-2 ਨਾਲੀਆਂ ਪਾਸ ਪਿੰਡ ਆਏ, ਪਰ ਕੋਈ ਵੀ ਦੱਸਣ ਵਾਲਾ ਨਹੀਂ ਸੀ ਕਿ ਘਨੌਹਾ ਪਿੰਡ ਕਿਹੜਾ ਹੈ। ਜਦ ਤੀਸਰਾ ਨਾਲਾ ਆਇਆ, ਤਦ ਇਸ ਦੇ ਪਾਰ ਇੱਕ ਪਿੰਡ ਨਜ਼ਰ ਆਇਆ। ਇੱਥੇ ਸਰਦਾਰ ਸੇਵਾ ਰਾਮ ਜੀ ਰੁਕ ਗਏ। ਜੇ ਅੱਗੇ ਨੂੰ ਕਦਮ ਰੱਖਦੇ ਹਨ ਤਾਂ ਪੈਰ ਪੁੱਟਿਆ ਨਹੀਂ ਜਾਂਦਾ ਅਤੇ ਜੇ ਪਿੱਛੇ ਨੂੰ ਮੁੜਦੇ ਹਨ ਤਾਂ ਮੁੜਿਆ ਨਹੀਂ ਜਾਂਦਾ। ਇੱਧਰ ਤਾਂ ਭਾਈ ਸੇਵਾ ਰਾਮ ਸਿੰਘ ਜੀ ਨਾਲ ਇਹ ਖੇਡ ਵਰਤ ਰਹੀ ਹੈ, ਉੱਧਰ ਸੰਤ ਜੀ ਘਨੌਏ ਪਿੰਡ ਦੇ ਗੁਰਦੁਆਰੇ ਵਿੱਚ ਬੈਠੇ ਹਨ ਅਤੇ ਭਾਈ ਨੰਦ ਸਿੰਘ ਜੀ ਨੂੰ ਆਖ ਰਹੇ ਹਨ ਕਿ ਸਾਡਾ ਮੰਜਾ ਬਿਸਤਰਾ ਭੁਲਾਈਆਂ ਵਾਲੀ ਕੁਟੀਆ ਵਿੱਚ ਲੈ ਚੱਲੋ। ਭਾਈ ਨੰਦ ਸਿੰਘ ਜੀ ਮੀਂਹ ਕਰਕੇ ਟਾਲ ਜਾਂਦੇ ਹਨ। ਫਿਰ ਸੰਤ ਜੀ ਮਹਾਰਾਜ ਆਖਦੇ ਹਨ ਅਤੇ ਭਾਈ ਨੰਦ ਸਿੰਘ ਜੀ ਹੱਥ ਜੋੜ ਕੇ ਬੇਨਤੀ ਕਰਦੇ ਹਨ, ਮਹਾਰਾਜ, ਅਜੇ ਹੀ ਬਾਰਿਸ਼ ਬਹੁਤ ਹੈ, ਬਹੁਤ ਬਸਤਰ ਭਿੱਜ ਜਾਣਗੇ। ਤੀਜੀ ਵਾਰੀ ਆਖ ਸੰਤ ਜੀ ਆਪਣੀ ਭੂਰੀ ਲੈ ਕੇ ਕੁਟੀਆ ਵੱਲ ਤੁਰ ਪਏ।
ਭਾਈ ਨੰਦ ਸਿੰਘ ਅਤੇ ਸੰਗਤ ਮਗਰ ਮਗਰ ਹੋ ਟੁਰਦੀ ਹੈ। ਮਿੰਟਾਂ ਵਿੱਚ ਹੀ ਸੰਤ ਜੀ ਮਹਾਰਾਜ ਕੁਟੀਆ ਪਾਸ ਪਹੁੰਚ ਜਾਂਦੇ ਹਨ ਅਤੇ ਅੰਦਰ ਜਾ ਕੇ ਸੱਜ ਜਾਂਦੇ ਹਨ। ਥੋੜੇ ਚਿਰ ਮਗਰੋਂ ਬਾਰਿਸ਼ ਥੰਮ ਜਾਂਦੀ ਹੈ ਅਤੇ ਸੰਤ ਜੀ ਮਹਾਰਾਜ ਆਪਣੀ ਭੂਰੀ ਬਾਹਰ ਹਵਾ ਲੱਗਣ ਲਈ ਭੁਲਾਈਆਂ ਉੱਤੇ ਪਵਾ ਦਿੰਦੇ ਹਨ। ਆਪਣੀ ਇਹ ਦਸ਼ਾ ਦੇਖ ਕੇ ਭਾਈ ਸੇਵਾ ਰਾਮ ਸਿੰਘ ਜੀ ਬੜੇ ਹੈਰਾਨ ਹੋ ਜਾਂਦੇ ਹਨ। 2 ਕੁ ਮਿੰਟ ਇਸ ਤਰ੍ਹਾਂ ਬੀਤਦੇ ਹਨ। ਫਿਰ ਸਾਹਮਣੇ ਇੱਕ ਬੁੱਢਾ ਮੁਸਲਮਾਨ, ਜਿਸ ਨੇ ਮੀਂਹ ਦੇ ਕਾਰਨ ਸਿਰ ਤੇ ਬੋਰੀ ਪਾਈ ਹੋਈ ਸੀ, ਨਜ਼ਰ ਆਉਂਦਾ ਹੈ। ਜਦ ਇਹ ਨੇੜੇ ਆਇਆ ਤਦ ਇਸ ਨੇ ਸਰਦਾਰ ਸੇਵਾ ਰਾਮ ਸਿੰਘ ਜੀ ਨੂੰ ਪੁੱਛਿਆ ਕਿ ਭਾਈ ਹੈਰਾਨ ਖਲੋਤਾ ਹੈ, ਕਿੱਥੇ ਜਾਣਾ ਈ? ਸਰਦਾਰ ਜੀ ਜਵਾਬ ਦਿੱਤਾ ਕਿ ਘਨੋਹੇ ਜਾਣਾ ਹੈ। ਉਸਨੇ ਆਖਿਆ, ਸਿੱਖਾਂ ਦੇ ਪਿੰਡ ਜਾਣਾ ਏ ਤਾਂ ਇਸ ਡੰਡੀ ਪੈ ਜਾ। ਅੱਗੇ ਉਹ ਭੁਲਾਈਆਂ ਦੀ ਗੂੜੀ ਝੰਗੀ ਹੈ। ਉੱਥੇ ਇੱਕ ਸਿੱਖ ਫਕੀਰ ਦੀ ਕੁਟੀਆ ਹੈ ਅਤੇ ਨਾਲ ਹੀ ਪਿੰਡ ਹੈ। ਇਹ ਸੁਣ ਕੇ ਜਦ ਸਰਦਾਰ ਸੇਵਾ ਰਾਮ ਸਿੰਘ ਜੀ ਨੇ ਝੰਗੀ ਵੱਲ ਤੁਰਨ ਦਾ ਇਰਾਦਾ ਕੀਤਾ ਹੀ ਸੀ ਕਿ ਪੈਰ ਜਿਹੜੇ ਧਰਤੀ ਨਾਲ ਜੁੜੇ ਹੋਏ ਸਨ ਖੁੱਲ ਗਏ ਅਤੇ ਉਹ ਛੇਤੀ ਛੇਤੀ ਡੰਡੀ ਪੈ ਉੱਧਰ ਤੁਰ ਪਏ। ਕੱਸੀ ਚੜ੍ਹ ਕੇ ਸੰਘਣੇ ਦਰਖਤਾਂ ਵਿੱਚੋਂ ਇੱਕ ਕੁਟੀਆ ਨਜ਼ਰ ਆਈ। ਦਿਲ ਤੇ ਉਛਾਲਾ ਖਾਧਾ ਕਿ ਜਿਸ ਤਰ੍ਹਾਂ ਦੀ ਤਾਪਸਤਾਨ ਦੀ ਕੁਟੀਆ ਸੁਣੀਂਦੀ ਸੀ, ਉਸੇ ਤਰ੍ਹਾਂ ਦੀ ਦਿਸਦੀ ਹੈ। ਫਿਰ ਪਾਣੀ ਦਾ ਚਸ਼ਮਾ ਨਜ਼ਰ ਆਇਆ ਤੇ ਚੜ੍ਹਦੇ ਪਾਸੋਂ ਇੱਕ ਕੰਬਲੀ ਦਰਖਤਾਂ ਤੇ ਖਿਲਰੀ ਦਿਸੀ। ਹੁਣ ਤਾਂ ਸਰਦਾਰ ਜੀ ਨੂੰ ਤਸੱਲੀ ਹੋ ਗਈ ਕਿ ਇਹ ਸੰਤ ਜੀ ਮਹਾਰਾਜ ਦਾ ਤਾਪਸਤਾਨ ਹੈ ਤੇ ਸੰਤ ਇੱਥੇ ਹੀ ਹਨ। ਜਦ ਨੇੜੇ ਆਏ ਤਦ ਅੰਦਰੋਂ ਸੰਤ ਜੀ ਨੇ ਸੇਵਕ ਨੂੰ ਆਵਾਜ਼ ਦਿੱਤੀ ਕਿ ਭਾਈ ਦਰਵਾਜ਼ਾ ਖੋਲ੍ਹੋ, ਪ੍ਰੇਮੀ ਬਾਹਰ ਖੜਾ ਹੈ। ਹੁਣ ਦਰਵਾਜ਼ਾ ਖੁੱਲ੍ਹ ਗਿਆ। ਸਰਦਾਰ ਸੇਵਾ ਰਾਮ ਸਿੰਘ ਜੀ ਨੇ ਦੂਰੋਂ ਹੀ ਜੋੜਾ ਲਾ ਕੁਟੀਆ ਦੇ ਅੰਦਰ ਗਏ ਤੇ ਸੰਤ ਜੀ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਕੇ ਅਰਸ਼ੀ ਸ਼ੋਹ ਦਾ ਰੰਗ ਮਾਣਿਆ। ਜਦ ਉੱਠੇ ਤਦ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਰਸਤਾ ਲੱਭ ਪਿਆ ਸੀ? ਸਰਦਾਰ ਸੇਵਾ ਰਾਮ ਸਿੰਘ ਜੀ ਨੇ ਆਖਿਆ, ਮਹਾਰਾਜ ਜੀ, ਤੁਸੀਂ ਜਾਨੀ ਜਾਣ ਹੋ। ਤੁਸੀਂ ਹੀ ਰਸਤਾ ਭੁਲਾਉਣ ਵਾਲੇ ਅਤੇ ਤੁਸੀਂ ਹੀ ਰਸਤਾ ਦੱਸਣ ਵਾਲੇ ਹੋ। ਇਹ ਕਹਿ ਕੇ ਸਰਦਾਰ ਜੀ ਬੈਠ ਕੇ ਥੋੜੇ ਚਿਰ ਵਿੱਚ ਬਾਕੀ ਸੰਗਤ ਵੀ ਕੁਟੀਆ ਵਿਖੇ ਆ ਗਈ। ਸਭ ਨੇ ਸੰਤ ਜੀ ਮਹਾਰਾਜ ਦੇ ਚਰਨ ਪਰਸੇ। ਥੋੜੇ ਚਿਰ ਮਗਰੋਂ ਸੰਤ ਜੀ ਨੇ ਭਾਈ ਨੰਦ ਸਿੰਘ ਜੀ ਨੂੰ ਆਖਿਆ ਕਿ ਸੰਗਤ ਨੂੰ ਘਰ ਲੈ ਜਾਓ। ਉੱਥੇ ਮਾਈ ਭਾਗਪਰੀ ਨੇ ਬੜੀ ਸੇਵਾ ਕੀਤੀ। ਸਾਰੀ ਸੰਗਤ ਦੇ ਕੱਪੜੇ ਸੁਕਾਏ ਅਤੇ ਪ੍ਰਸ਼ਾਦ ਛਕਾਇਆ। 2 ਦਿਨ ਇੱਥੇ ਹੀ ਰਹੇ। ਬੜਾ ਸਾਤਸੰਗ ਹੋਇਆ। ਕੁਟੀਆ ਕੋਲ ਦੇ ਚਸ਼ਮਿਆਂ ਵਿੱਚ ਜਿਹੜੇ ਬਹੁਤ ਚਿਰ ਤੋਂ ਸੁੱਕੇ ਪਏ ਸਨ, ਫਿਰ ਪਾਣੀ ਆ ਗਿਆ। ਸੰਗਤ ਨੇ ਬੜੇ ਪ੍ਰੇਮ ਨਾਲ ਛਕਿਆ ਤੇ ਖੂਬ ਇਸ਼ਨਾਨ ਪਾਣੀ ਕੀਤਾ। ਘਨੋਹੇ ਕੁਝ ਚਿਰ ਆਰਾਮ ਕਰਕੇ ਸੰਤ ਜੀ ਮਹਾਰਾਜ ਤਰਨਤਾਰਨ ਸਾਹਿਬ ਆਏ। ਕਰਤਾਰ ਦੀ ਨੇਤ ਇਹਨਾਂ ਦਿਨਾਂ ਵਿੱਚ ਸੰਗਰੂਰ ਵਿੱਚ ਧੂਰੀ ਦਰਵਾਜ਼ੇ ਦੇ ਬਾਹਰ ਜੋ ਧਰਮਸ਼ਾਲਾ ਹੈ, ਉਸ ਵਿੱਚ ਕੁਝ ਸਰਦਾਰਾਂ ਨੇ ਮਿਲ ਕੇ ਸਾਤਸੰਗ ਕਾਇਮ ਕੀਤਾ ਸੀ। ਇਹਨਾਂ ਨੇ ਗੁਰਮਤਾ ਕਰਕੇ ਭਾਈ ਵਰਿਆਮ ਸਿੰਘ ਜੀ ਨੂੰ, ਜੋ ਉਸ ਵੇਲੇ ਫੌਜ ਵਿੱਚ ਸਨ ਅਤੇ ਫਿਰ ਬਹੁਤ ਚਿਰ ਰਾਜੇ ਦੇ ਮਹਿਲਾਂ ਵਿੱਚ ਰਾਣੀਆਂ ਦੇ ਸੇਵਕ ਸਨ, ਅੰਮ੍ਰਿਤਸਰ ਸਾਹਿਬ ਭੇਜਿਆ ਕਿ ਕੋਈ ਮਹਾਂਪੁਰਖਾਂ ਨੂੰ ਆਪਣੇ ਨਾਲ ਲਿਆਵੋ, ਜਿਸ ਦੇ ਦਰਸ਼ਨ ਮੇਲੇ ਕਰਕੇ ਸ਼ਬਦ ਦੀ ਲਹਿਰ ਚੱਲੇ। ਅੰਮ੍ਰਿਤਸਰ ਵਿੱਚ ਬਹੁਤ ਫਿਰੇ ਪਰ ਕੋਈ ਮਹਾਂਪੁਰਖ ਨਾਲ ਟੁਰਨ ਵਾਸਤੇ ਨਾ ਮਿਲੇ। ਉਦਾਸ ਹੋ ਕੇ ਚਿੱਤ ਵਿੱਚ ਬਾਹਰ ਜਾਣ ਦਾ ਖਿਆਲ ਕਰਕੇ ਅੱਡੇ ਤੇ ਗਏ, ਪਰ ਕੁਦਰਤੀ ਤਰਨਤਾਰਨ ਸਾਹਿਬ ਵੱਲ ਜਾਣ ਦੀ ਖਿੱਚ ਪੈ ਗਈ। ਟਾਂਗੇ ਤੇ ਸਵਾਰ ਹੋ ਕੇ ਤਰਨਤਾਰਨ ਸਾਹਿਬ ਪਹੁੰਚੇ। ਦਰਬਾਰ ਸਾਹਿਬ ਆ ਕੇ ਮੱਥਾ ਟੇਕਿਆ, ਕੜਾਹ ਪ੍ਰਸ਼ਾਦ ਭੇਟ ਕੀਤਾ ਅਤੇ ਕੁਝ ਚਿਰ ਕੀਰਤਨ ਸੁਣਦੇ ਰਹੇ। ਜਦ ਬਾਹਰ ਆਏ ਤਦ ਪਤਾ ਲੱਗਾ ਕਿ ਇੱਥੇ ਮਾਈ ਰਾਮ ਕੌਰ ਦੇ ਬੁੰਗੇ ਇੱਕ ਸੰਤ ਹਨ, ਜੋ ਹਰ ਰੋਜ਼ 2 ਵਕਤ ਕੀਰਤਨ ਕਰਦੇ ਅਤੇ ਅਨੇਕਾਂ ਜੀਵਾਂ ਦਾ ਉਧਾਰ ਕਰਦੇ ਹਨ। 3 ਵਜੇ ਦੇ ਮਗਰੋਂ ਭਾਈ ਵਰਿਆਮ ਸਿੰਘ ਜੀ ਦਰਸ਼ਨ ਕਰਨ ਲਈ ਗਏ। ਸੰਤ ਜੀ ਮਹਾਰਾਜ ਆਪਣੇ ਪਲੰਘ ਤੇ ਸੱਜੇ ਹੋਏ ਸਨ ਅਤੇ ਕਮਰੇ ਦਾ ਦਰਵਾਜ਼ਾ ਉਸ ਵੇਲੇ ਹੀ ਖੋਲ੍ਹਿਆ ਸੀ। ਭਾਈ ਵਰਿਆਮ ਸਿੰਘ ਜੀ ਨਮਸਕਾਰ ਕਰਕੇ ਬੈਠ ਗਏ ਅਤੇ ਇਹਨਾਂ ਦੇ ਰੋਮ ਰੋਮ ਵਿੱਚ ਠੰਡ ਪੈ ਗਈ। ਕਰਤਾਰ ਦਾ ਸ਼ੁਕਰ ਕੀਤਾ ਕਿ ਜਿਸ ਤਰ੍ਹਾਂ ਦੇ ਮਹਾਂਪੁਰਖ ਦੀ ਲੋੜ ਸੀ, ਵੈਸੇ ਹੀ ਮਿਲ ਗਏ। ਹੱਥ ਜੋੜ ਕੇ ਆਪਣੀ ਸਾਰੀ ਵਿਖਿਆ ਆਖ ਸੁਣਾਈ ਅਤੇ ਸੰਗਰੂਰ ਜਾਣ ਵਾਸਤੇ ਬੇਨਤੀ ਕੀਤੀ। ਸੰਤ ਜੀ ਉਸ ਵੇਲੇ ਤਿਆਰ ਹੋ ਗਏ ਅਤੇ ਜੱਥੇ ਸਮੇਤ ਤੁਰ ਪਏ। ਟਾਂਗਿਆਂ ਤੇ ਚੜ੍ਹ ਕੇ ਅੰਮ੍ਰਿਤਸਰ ਸਾਹਿਬ ਪਹੁੰਚੇ ਅਤੇ ਰਾਤ ਦੀ ਗੱਡੀ ਸਵਾਰ ਹੋ ਕੇ ਸਵੇਰੇ ਨੂੰ 9 ਵਜੇ ਸੰਗਰੂਰ ਅੱਪੜ ਗਏ। ਸਰਦਾਰਾਂ ਨੇ ਬੜੀ ਆਓ ਭਗਤ ਕੀਤੀ ਅਤੇ ਦੁਸਹਿਰਾ ਬਾਗ ਵਿੱਚ ਡੇਰਾ ਕਰਾਇਆ। ਲੰਗਰ ਵਾਸਤੇ 32 ਪੱਕੀਆਂ ਰਸਦਾਂ ਲੱਗ ਗਈਆਂ। ਦੋਵੇਂ ਵੇਲੇ ਦੀਵਾਨ ਲੱਗਦੇ ਤੇ ਨਾਮ ਬਾਣੀ ਦਾ ਬੜਾ ਪ੍ਰਵਾਹ ਚੱਲਿਆ। ਸੰਤ ਜੀ ਮਹਾਰਾਜ ਦੀ ਸੰਗਰੂਰ ਆਉਣ ਦੀ ਖਬਰ ਮਸਤੂਆਂ ਨੇ ਅੱਪੜੀ। ਸੰਤ ਭਾਈ ਬਿਸ਼ਨ ਸਿੰਘ ਜੀ ਅਤੇ ਸੰਤ ਭਾਈ ਗੁਲਾਬ ਸਿੰਘ ਜੀ ਸੰਗਤ ਦੇ ਕੁਝ ਸਰੀਰ ਸਮੇਤ ਸੰਤ ਜੀ ਮਹਾਰਾਜ ਨੂੰ ਲੈਣ ਆਏ। ਸੰਤ ਜੀ ਅਲਾਲ ਦੇ ਰਸਤੇ ਕਾਂਜਲੇ ਆਏ ਅਤੇ ਇੱਥੋਂ ਮਸਤੂਆਂ ਨੇ ਅੱਪੜੇ। ਮਸਤੂਆਂ ਨੇ ਕੁਝ ਚਿਰ ਰਹਿ ਕੇ ਸੇਵਾ ਕਰਵਾਈ। ਲੰਗਰ ਵਿੱਚ ਸੰਤ ਜੀ ਕਈ ਵਾਰ ਆਪ ਸੇਵਾ ਕਰਦੇ ਤੇ ਆਪਣੀ ਹੱਥੀਂ ਬੜੇ ਸੋਹਣੇ ਸੋਹਣੇ ਪ੍ਰੇਮ ਰਸ ਭਿੰਨੇ ਪ੍ਰਸ਼ਾਦੇ ਤਿਆਰ ਕਰਦੇ। ਫਿਰ ਅਕੋਈ ਸਾਹਿਬ ਦੀ ਸੰਗਤ ਸੰਤ ਜੀ ਮਹਾਰਾਜ ਨੂੰ ਲੈ ਗਈ। ਇੱਥੋਂ ਸੰਤ ਜੀ ਧੂਰੀ ਵਿੱਚੋਂ ਹੁੰਦੇ ਹੋਏ ਬਰਨਾਲੇ ਗਏ ਅਤੇ ਭਦੌੜ ਵਿੱਚ ਵੀ ਚਰਨ ਪਾਏ।
ਫਿਰ ਅਤਲੇ ਵਿਖੇ ਨਾਮ ਬਾਣੀ ਦਾ ਚੱਕਰ ਚਲਾਉਂਦੇ ਹੋਏ ਸੰਤ ਅਤਰ ਸਿੰਘ ਜੀ ਅਤਲੇ ਵਾਲਿਆਂ ਨਾਲ ਪਰਸਪਰ ਸ਼ਬਦ ਦੀ ਗੋਸ਼ਟੀ ਕਰਦੇ ਹੋਏ ਲੌਂਗੋਵਾਲ ਗਏ। ਇੱਥੇ ਪਿੰਡ ਤੋਂ ਬਾਹਰ ਭਾਈ ਮਣੀ ਸਿੰਘ ਜੀ ਦੇ ਜਨਮ ਸਥਾਨ ਪਾਸ ਛੱਪਰਾਂ ਵਿੱਚ ਡੇਰਾ ਕੀਤਾ। ਫਿਰ ਸੁਨਾਮ ਦੇ ਮੇਲੇ ਤੇ ਅੱਪੜੇ। ਇਸੇ ਸ਼ਹਿਰ ਵਿੱਚ ਸੰਗਤਾਂ ਦੇ ਪ੍ਰੇਮ ਕਰਕੇ ਇੱਕ ਖੋਲੇ ਵਿੱਚ ਦੀਵਾਨ ਲਾਇਆ, ਜਿੱਥੇ ਕਿ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦੇ ਕੇ ਇੱਕ ਬ੍ਰਾਹਮਣ ਨੂੰ ਨਿਹਾਲ ਕੀਤਾ ਸੀ। ਇੱਥੇ ਸੰਤ ਜੀ ਨੇ ਹੁਕਮ ਕੀਤਾ ਕਿ ਜਿਸ ਜਗ੍ਹਾ ਦੀਵਾਨ ਲੱਗਾ ਹੈ ਉੱਥੇ ਗੁਰਦੁਆਰਾ ਬਣਾਓ ਅਤੇ ਗਲੀ ਵਾਲੀ ਗੁੱਠ ਵਿੱਚ ਖੂਹੀ ਤਿਆਰ ਕਰੋ। ਪ੍ਰੇਮੀਆਂ ਨੇ ਖੂਹੀ ਵਾਲੀ ਥਾਂ ਨੂੰ ਗੁਰਦੁਆਰੇ ਸਾਹਿਬ ਵਾਸਤੇ ਪਸੰਦ ਕੀਤਾ ਅਤੇ ਗੁਰਦੁਆਰੇ ਵਾਲੀ ਥਾਂ ਦੀ ਥਾਂ ਖੂਹੀ ਲਗਾਉਣ ਲੱਗੇ। ਪਰ ਜਦ ਥੋੜ੍ਹਾ ਜਿਹਾ ਹੀ ਪਾੜ ਪੁੱਟਿਆ ਤਦ ਰੋੜਾਂ ਦਾ ਪੱਕਾ ਕੜ ਨਿਕਲ ਪਿਆ ਤੇ ਸੰਤ ਜੀ ਮਹਾਰਾਜ ਦਾ ਹੁਕਮ ਮੰਨਣਾ ਪਿਆ। ਅੱਧ ਪੁੱਟੀ ਖੂਹੀ ਭਰ ਕੇ ਇੱਥੇ ਗੁਰਦੁਆਰੇ ਬਣਾਇਆ ਅਤੇ ਗਲੀ ਦੇ ਸਾਹਮਣੇ ਇੱਕ ਗੁੱਠ ਵਿੱਚ, ਜਿੱਥੇ ਕਿ ਸੰਤ ਜੀ ਮਹਾਰਾਜ ਨੇ ਇਸ਼ਾਰਾ ਕੀਤਾ ਸੀ, ਖੂਹੀ ਤਿਆਰ ਕੀਤੀ। ਇਸ ਖੂਹੀ ਦਾ ਪਾਣੀ ਸੁਨਾਮ ਦੇ ਸਾਰੇ ਖੂਹਾਂ ਨਾਲੋਂ ਠੰਡਾ ਅਤੇ ਮਿੱਠਾ ਹੈ। ਸੁਨਾਮ ਤੋਂ ਸੰਤ ਜੀ ਸੰਗਰੂਰ ਆਏ ਅਤੇ ਇੱਥੋਂ ਜ਼ੁਲਮਗੜ੍ਹ, ਨਾਨਕਪੁਰੇ, ਰਾਮਨਗਰ, ਸਿੱਬੀਆਂ ਤੋਂ ਹੋ ਕੇ ਫਿਰ ਮਸਤੂਆਣਾ ਸਾਹਿਬ ਆ ਗਏ। ਸਾਰੇ ਪਿੰਡ ਨੇ ਸੇਵਾ ਵਿੱਚ ਹਿੱਸਾ ਲਿਆ ਤੇ ਆਪਣੇ ਵਿੱਚ ਵਿੱਤ ਅਨੁਸਾਰ ਮਾਇਆ ਵੀ ਅਰਦਾਸ ਕਰਵਾਈ। ਪਿਸ਼ਾਵਰ, ਕੋਹਾਟ, ਬੰਨੂ ਆਦਿ ਸ਼ਹਿਰਾਂ ਵਿੱਚੋਂ ਮਾਇਆ ਦੀ ਤਕੜੀ ਸੇਵਾ ਹੋ ਗਈ ਸੀ ਅਤੇ ਨਗਰਾਂ ਨੇ ਵੀ ਸੰਤ ਜੀ ਮਹਾਰਾਜ ਨੂੰ ਦੌਰੇ ਵਿੱਚ ਯਥਾਸ਼ਕਤ ਭੇਂਟਾ ਕੀਤੀ ਸੀ। ਪਿੰਡਾਂ ਦੇ ਪ੍ਰੇਮੀ ਵਾਰੀ-ਵਾਰੀ ਆ ਕੇ ਬੜੇ ਉਤਸ਼ਾਹ ਨਾਲ ਸਰੀਰ ਕਰਕੇ ਵੀ ਸੇਵਾ ਕਰਦੇ। ਸੰਤ ਜੀ ਮਹਾਰਾਜ ਦਿਨ ਰਾਤ ਧੁੱਪ ਛਾਂ ਦੀ ਪਰਵਾਹ ਨਾ ਕਰਦੇ ਹੋਏ ਸੰਗਤਾਂ ਨੂੰ ਸੇਵਾ ਕਰਦਿਆਂ ਦੇਖ ਕੇ ਨਿਹਾਲ ਹੁੰਦੇ ਅਤੇ ਸੰਗਤਾਂ ਵੀ ਸੰਤ ਜੀ ਦੀ ਪ੍ਰਸੰਨਤਾ ਲੈਣ ਲਈ ਸਿਰੋਂ ਪਰੇ ਹੋ ਕੇ ਸੇਵਾ ਕਰਦੀਆਂ। ਇੱਕ ਦਿਨ ਬੜੇ ਪ੍ਰੇਮ ਵਿੱਚ ਸੇਵਾ ਹੋ ਰਹੀ ਸੀ। ਬਾਬੂ ਤੇਜਾ ਸਿੰਘ ਜੀ ਭਸੌੜ ਵਾਲੇ ਦਰਸ਼ਨ ਕਰਨ ਲਈ ਆਏ। ਜਦ ਫਤਿਹ ਬੁਲਾ ਕੇ ਬੈਠ ਕੇ ਤਦ ਸੰਤ ਜੀ ਮਹਾਰਾਜ ਨੇ ਸੇਵਾ ਵਿੱਚ ਹਿੱਸਾ ਲੈਣ ਲਈ ਆਖਿਆ। ਬਾਬੂ ਜੀ ਨਾਲ ਇੱਕ ਹੋਰ ਪ੍ਰੇਮੀ ਵੀ ਸੀ। ਬਚਨ ਮੰਨ ਕੇ ਦੋਵੇਂ ਸੱਜਣ ਸੇਵਾ ਵਿੱਚ ਤਾਂ ਲੱਗ ਪਏ, ਪਰ ਥੋੜ੍ਹੇ ਚਿਰ ਮਗਰੋਂ ਹੀ ਮੁੜ ਆ ਕੇ ਬੈਠ ਗਏ। ਸੰਤ ਜੀ ਮਹਾਰਾਜ ਨੇ ਸਹਿਜ ਸੁਭਾਅ ਹੀ ਆਖਿਆ ਕਿ ਸਾਧ ਸੰਗਤ ਜੀ, ਕਿਹਾ ਸੋਹਣਾ ਕੰਮ ਹੋ ਰਿਹਾ ਹੈ। ਇਹ ਬਚਨ ਸੁਣ ਕੇ ਬਾਬੂ ਤੇਜਾ ਸਿੰਘ ਜੀ ਨੇ ਤਰਕ ਕਰਕੇ ਆਖਿਆ, ਇੱਟਾਂ ਵੱਟੇ ਖੜੇ ਹੋ ਰਹੇ ਹਨ, ਹੋਰ ਕੀ ਹੈ। ਪ੍ਰੇਮੀ ਦੀ ਇਹ ਗੱਲ ਸੁਣ ਕੇ ਸੰਤ ਜੀ ਅਡੋਲ ਬੈਠੇ ਰਹੇ ਤੇ ਸਾਰਾ ਦਿਨ ਅੱਗੇ ਵਾਂਗ ਹੀ ਸੇਵਾ ਕਰਵਾਈ ਗਈ। ਪਰ ਚਿੱਤ ਵਿੱਚ ਉਪਰਾਮ ਹੋ ਗਿਆ। ਰਾਤ ਦੇ ਵਕਤ ਸੰਤ ਭਾਈ ਕਲਿਆਣ ਸਿੰਘ ਜੀ ਅਤੇ ਸੰਤ ਭਾਈ ਹਰੀ ਸਿੰਘ ਜੀ ਨੂੰ ਸੱਦ ਕੇ ਹੁਕਮ ਕੀਤਾ ਕਿ ਚਲੋ ਭਾਈ, ਕਿਧਰੇ ਦੂਰ ਨਿਕਲ ਚੱਲੀਏ, ਪਰ ਨਾਲ ਕੁਝ ਨਹੀਂ ਲੈਣਾ, ਸਿਰਫ ਇੱਕ ਕਛਹਿਰਾ ਅਤੇ ਪਰਨਾ, ਕਿਰਾਏ ਲਈ ਸਿਰਫ ਇੱਕ ਮੋਹਰ ਲੈ ਲੈਣੀ। ਅੰਮ੍ਰਿਤ ਵੇਲੇ ਹੀ ਇਸ਼ਨਾਨ ਕਰਨ ਦੇ ਮਗਰੋਂ ਸੰਤ ਜੀ ਚੁੱਪ ਚਪੀਤੇ ਹੀ ਭਾਈ ਹਰੀ ਸਿੰਘ ਜੀ ਨੇ ਇੱਕ ਮੋਹਰ ਦੀ ਥਾਂ 50 ਮੋਹਰਾਂ ਆਪਣੇ ਗੁਟਕੇ ਵਾਲੇ ਗਾਤਰੇ ਵਿੱਚ ਪਾ ਲਈਆਂ। ਸ਼ਾਇਦ ਸੰਤ ਜੀ ਕਿਧਰੇ ਦੂਰ ਜਾਣ ਦਾ ਖਿਆਲ ਕਰ ਲੈਣ ਅਤੇ ਕਿਰਾਇਆ ਥੋੜ੍ਹ ਨਾ ਜਾਵੇ। ਸੰਗਰੂਰ ਅੱਪੜ ਕੇ ਸੰਤ ਜੀ ਮਾਣਕਿਆਲੇ ਦੇ ਟਿਕਟ ਲੈਣ ਦਾ ਹੁਕਮ ਦਿੱਤਾ। ਗੱਡੀ ਚੜ੍ਹ ਕੇ ਸਿੱਧਾ ਮਾਣਕਿਆਲੇ ਆ ਪਹੁੰਚੇ। ਰਸਤੇ ਵਿੱਚ ਕਿਧਰੇ ਨਾ ਅਟਕੇ। ਮਾਣਕਿਆਲੇ ਤੋਂ ਸੰਤ ਜੀ ਡੇਰਾ ਖਾਲਸਾ ਆ ਗਏ। ਅੱਜ 2 ਕੁ ਦਿਨ ਹੀ ਟਿਕੇ ਸਨ ਕਿ ਇਹਨਾਂ ਦੇ ਆਉਣ ਦੀ ਖਬਰ ਸਾਰੇ ਪੋਠੋਹਾਰ ਵਿੱਚ ਬਿਜਲੀ ਵੱਤ ਖਿੰਡਰ ਗਈ। ਸੰਗਤਾਂ ਬਹੁਤ ਜੁੜ ਪਈਆਂ। ਕੀਰਤਨ ਅਤੇ ਅੰਮ੍ਰਿਤ ਦਾ ਬੜਾ ਪ੍ਰਵਾਹ ਚੱਲਿਆ। ਸਤਸੰਗ ਦੀ ਰੌਣਕ ਅਤੇ ਨਾਮ ਦੀ ਮਹਿਮਾ ਕੁਝ ਅਚਰਜ ਹੀ ਸੀ। ਬਸ ਡੇਰਾ ਖਾਲਸਾ ਬੈਕੁੰਠ ਧਾਮ ਬਣ ਗਿਆ। ਇੱਕ ਦਿਨ ਰਾਤ ਦਾ ਲੰਗਰ ਇੱਕ ਪ੍ਰੇਮੀ ਦੇ ਘਰ ਸੀ। ਸੋਧਰ ਦੇ ਕੀਰਤਨ ਮਗਰੋਂ ਸੰਤ ਜੀ ਮਹਾਰਾਜ ਨੇ ਸੰਗਤਾਂ ਨੂੰ ਤਾਂ ਪੰਗਤ ਲਗਾਉਣ ਦਾ ਹੁਕਮ ਅਤੇ ਆਪ ਬਾਹਰ ਜੰਗਲ ਪਾਣੀ ਚਲੇ ਗਏ। ਭਾਈ ਹਰੀ ਸਿੰਘ ਜੀ ਗੜਵਈ ਨਾਲ ਸਨ। ਜਦ ਕੁਝ ਦੂਰ ਨਿਕਲ ਗਏ ਤਾਂ ਸੰਤ ਜੀ ਗੜਵਾ ਲੈ ਕੇ ਕੁਝ ਫਾਸਲੇ ਤੇ ਮੈਦਾਨ ਖੇਡਣ ਗਏ ਅਤੇ ਇੱਕ ਪ੍ਰੇਮੀ ਭਾਈ ਹਰੀ ਸਿੰਘ ਜੀ ਨਾਲ ਬਚਨ ਵਿਲਾਸ ਕਰਨ ਲੱਗ ਪਿਆ। ਇਸ ਨੇ ਇਹ ਗੱਲ ਚਲਾਈ ਕਿ ਜਿਸ ਪ੍ਰੇਮੀ ਦੇ ਘਰ ਲੰਗਰ ਹੈ ਉਸਨੇ ਅੱਜ ਸ਼ਾਮ ਨੂੰ ਕਿਹਾ ਸੀ ਕਿ ਦੇਖੋ ਭਾਈ, ਸੰਤ ਜੀ ਮਹਾਰਾਜ ਨਾਲ ਤਾਂ 2 ਮੂਰਤੀਆਂ ਹਨ, ਪਰ ਪ੍ਰਸ਼ਾਦਾ ਛਕਣ ਵਾਲੇ ਪ੍ਰੇਮੀ ਇੰਨੇ ਇਕੱਠੇ ਹੋ ਗਏ ਹਨ ਕਿ ਮੇਰਾ ਹੁਣ ਤੀਕਰ 300 ਦਮੜਾ ਖਰਚ ਆ ਚੁੱਕਾ ਹੈ। ਜੰਗਲ ਪਾਣੀ ਹੁੰਦਿਆਂ ਸੰਤ ਜੀ ਮਹਾਰਾਜ ਦੇ ਕੰਨ ਵਿੱਚ ਇਸ ਗੱਲ ਦੀ ਭਿਣਕ ਪੈ ਗਈ। ਜਦ ਆਪ ਉੱਠ ਕੇ ਆਏ ਤਾਂ ਭਾਈ ਹਰੀ ਸਿੰਘ ਜੀ ਨੂੰ ਪੁੱਛਿਆ, ਪ੍ਰੇਮੀ ਕੀ ਕਹਿੰਦਾ ਸੀ। ਹੁਕਮ ਮੰਨ ਕੇ ਭਾਈ ਹਰੀ ਸਿੰਘ ਨੇ ਸਾਰੀ ਗੱਲ ਸੰਤ ਜੀ ਮਹਾਰਾਜ ਨੂੰ ਆਖ ਸੁਣਾਈ। ਇਹ ਗੱਲ ਸੁਣ ਕੇ ਸੰਤ ਜੀ ਬੜੇ ਉਦਾਸ ਹੋ ਗਏ ਅਤੇ ਕਹਿਣ ਲੱਗੇ, ਭਾਈ ਚਲੋ ਕਿਧਰੇ ਲੁਕ ਕੇ ਦਿਨ ਕੱਟੀ ਕਰੀਏ। ਸੰਗਤਾਂ ਦੇ ਬਹੁਤ ਇਕੱਠੇ ਹੋਣ ਕਰਕੇ ਪ੍ਰੇਮੀ ਖੇਚਲ ਮੰਨਦੇ ਹਨ। ਇਹ ਕਹਿੰਦੇ ਸਾਰ ਹੀ ਸੰਤ ਜੀ ਭਾਈ ਕਲਿਆਣ ਸਿੰਘ ਜੀ ਅਤੇ ਭਾਈ ਹਰੀ ਸਿੰਘ ਜੀ ਨੂੰ ਨਾਲ ਲੈ ਕੇ ਬਗੈਰ ਪ੍ਰਸ਼ਾਦ ਛਕਣ ਦੇ ਟੁਰ ਪਏ ਅਤੇ ਪਿੰਡ ਦੇ ਬਾਹਰ ਜਾ ਲੁਕ ਕੇ ਇੱਕ ਗੁਫਾ ਵਿੱਚ ਪੈ ਗਏ। ਅੰਮ੍ਰਿਤ ਵੇਲੇ ਹੀ ਨਿਕਲ ਪਏ ਅਤੇ ਮਾਣਕਿਆਲੇ ਆ ਪਹੁੰਚੇ। ਸਟੇਸ਼ਨ ਦੇ ਕੋਲ ਰੇਲ ਦੇ ਇੱਕ ਪੁਲ ਹੇਠਾਂ ਆਸਣ ਲਾਇਆ। ਜਦ ਸੰਤ ਜੀ ਪ੍ਰਸ਼ਾਦ ਛਕਣ ਨਾ ਗਏ ਤਦ ਪ੍ਰੇਮੀਆਂ ਨੇ ਕੁਝ ਚਿਰ ਤਾਂ ਉਡੀਕਿਆ। 4 ਘੜੀ ਰਾਤ ਬੀਤੀ। ਫਿਰ ਨਿਰਾਸ਼ ਹੋ ਗਏ
ਅਤੇ ਸਮਝਿਆ ਕਿ ਸੰਤ ਜੀ ਕਿਧਰੇ ਇਕਾਂਤ ਹੋ ਗਏ ਹਨ। ਬਹੁਤ ਸਾਰੇ ਸੱਜਣ ਪਿੰਡ ਦੇ ਬਾਹਰ ਕੱਸਾਂ ਆਦਿਕ ਵਿੱਚ ਲੱਭਦੇ ਰਹੇ, ਪਰ ਸੰਤ ਜੀ ਮਹਾਰਾਜ ਨਾ ਮਿਲੇ। ਆਖਰ ਥੱਕ ਕੇ ਨਗਰ ਮੁੜ ਆਏ ਅਤੇ ਰਾਤ ਲਈ ਬਿਰਾਜ ਗਏ। ਇੱਕ ਅਣਥੱਕ ਪ੍ਰੇਮੀ ਭਾਈ ਹੁਕਮ ਸਿੰਘ ਬਿਸ਼ਨ ਦੌਰ ਵਾਲਾ ਸਾਰੀ ਰਾਤ ਲੱਭਦਾ ਰਿਹਾ, ਫਿਰ ਮਾਣਕਿਆਲੇ ਵੱਲ ਤੁਰ ਪਿਆ। ਸੰਤ ਜੀ ਮਹਾਰਾਜ ਤਾਂ ਪੁਲ ਹੇਠਾਂ ਆਣ ਬੈਠੇ ਸਨ। ਪ੍ਰੇਮੀ ਸਟੇਸ਼ਨ ਦੇ ਆਲੇ ਦੁਆਲੇ ਤੇ ਹੱਟੀਆਂ ਤੇ ਸੰਤ ਜੀ ਮਹਾਰਾਜ ਨੂੰ ਭਾਲਣ ਲੱਗ ਪਿਆ। ਦਿਨ ਚੜ੍ਹਦੇ ਨਾਲ ਭਾਈ ਹਰੀ ਸਿੰਘ ਜੀ ਅਤੇ ਭਾਈ ਕਲਿਆਣ ਸਿੰਘ ਜੀ ਕੁਝ ਜਲ ਪਾਣੀ ਦੀ ਸਮੱਗਰੀ ਲੈਣ ਗਏ। ਉੱਥੇ ਇਹਨਾਂ ਨੂੰ ਭਾਈ ਹੁਕਮ ਸਿੰਘ ਜੀ ਮਿਲ ਪਏ ਤੇ ਖਹਿੜੇ ਪੈ ਗਏ ਕਿ ਦੱਸੋ ਸੰਤ ਜੀ ਮਹਾਰਾਜ ਕਿੱਥੇ ਹਨ। ਪ੍ਰੇਮੀ ਚੁੱਪ ਤਾਂ ਕਰ ਰਹੇ, ਪਰ ਜਦ ਜਲ ਪਾਣੀ ਲੈ ਕੇ ਟੁਰੇ ਤਦ ਭਾਈ ਹੁਕਮ ਸਿੰਘ ਜੀ ਵੀ ਪਿੱਛੇ ਪਿੱਛੇ ਹੋ ਟੁਰੇ। ਜਦ ਇਹ ਪੁਲ ਹੇਠਾਂ ਪਹੁੰਚੇ ਤਦ ਇਸ ਨੇ ਸੰਤ ਜੀ ਮਹਾਰਾਜ ਨੂੰ ਨਮਸਕਾਰ ਕੀਤੀ ਅਤੇ ਬੇਨਤੀ ਕੀਤੀ, ਮਹਾਰਾਜ ਮੇਰੇ ਨਗਰ ਦਰਸ਼ਨ ਦੇਵੋ। ਪਰ ਜਦ ਸੰਤ ਜੀ ਨੇ ਫਰਮਾਇਆ, ਨਹੀਂ ਭਾਈ ਅਸੀਂ ਤਾਂ ਹੁਣ ਜਾਵਾਂਗੇ, ਤਦ ਇਸ ਨੇ ਹੱਥ ਜੋੜ ਕੇ ਆਖਿਆ ਕਿ ਸਤ ਬਚਨ। ਹੁਣ ਗੱਡੀ ਦਾ ਵਕਤ ਵੀ ਹੋ ਗਿਆ। ਭਾਈ ਹੁਕਮ ਸਿੰਘ ਸਟੇਸ਼ਨ ਤੱਕ ਨਾਲ ਆਇਆ ਅਤੇ ਸੰਤ ਜੀ ਮਹਾਰਾਜ ਦੇ ਹੁਕਮ ਅਨੁਸਾਰ ਤਰਨ ਤਾਰਨ ਦੇ 3 ਟਿਕਟ ਲੈ ਦਿੱਤੇ ਅਤੇ ਆਪ ਵੀ ਗੁਜਰਾਂਵਾਲੇ ਤੀਕ ਨਾਲ ਆਇਆ। ਜਦ ਐਮਨਾਬਾਦ ਦੇ ਸਟੇਸ਼ਨ ਦੇ ਨੇੜੇ ਅੱਪੜੇ ਤਦ ਇੱਕ ਬੁੱਢਾ ਜ਼ਿਮੀਂਦਾਰ ਹੁੱਕਾ ਪੀ ਰਿਹਾ ਸੀ। ਸੰਤ ਜੀ ਦੇ ਸੇਵਕਾਂ ਨੇ ਇਸ ਨੂੰ ਹੁੱਕਾ ਬੰਦ ਕਰਨ ਲਈ ਆਖਿਆ, ਪਰ ਉਸਨੇ ਟਾਲ ਛੱਡਿਆ। ਫਿਰ ਸੰਤ ਜੀ ਮਹਾਰਾਜ ਨੇ ਬੜੇ ਪ੍ਰੇਮ ਨਾਲ ਆਖਿਆ ਕਿ ਪ੍ਰੇਮੀਆ, ਇਹਦੇ ਵਿੱਚੋਂ ਕੀ ਲੈਣਾ ਈ। ਸੰਤ ਜੀ ਦੇ ਮਿੱਠੇ ਵਚਨਾਂ ਨੇ ਇਹਦਾ ਮਨ ਮੋਹ ਲਿਆ। ਇਹਦੇ ਭਾਗ ਜਾਗ ਪਏ। ਸਾਧ ਦਰਸ਼ਨ ਨੇ ਵੀ ਖਿੱਚ ਪਾਈ ਅਤੇ ਆਪਣਾ ਫਲ ਲਿਆਂਦਾ। ਇਸ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਪਿੰਡ ਚਲੋ, ਮੈਂ ਹੁੱਕਾ ਪੀਣਾ ਛੱਡ ਦਿਆਂਗਾ ਅਤੇ ਸਿੱਖ ਵੀ ਬਣ ਜਾਵਾਂਗਾ। ਸੰਤ ਦਿਆਲ ਹੋ ਕੇ ਐਮਨਾਬਾਦ ਦੇ ਸਟੇਸ਼ਨ ਤੋਂ ਤੁਰ ਉੱਤਰ ਕੇ ਪ੍ਰੇਮੀ ਦੇ ਪਿੰਡ ਢਿੱਲਾਂਵਾਲੀ ਚਲੇ ਗਏ। ਸੜਕ ਦੇ ਖੱਬੇ ਪਾਸੇ ਇਹਦਾ ਖੂਹ ਸੀ। ਸੰਤਾਂ ਨੇ ਉੱਥੇ ਹੀ ਇੱਕ ਕੂੜ ਵਿੱਚ ਆਪਣਾ ਆਸਣ ਜਮਾ ਦਿੱਤਾ। ਪ੍ਰੇਮੀ ਪਿੰਡ ਜਾ ਕੇ 3 ਮੰਜੇ ਬਿਸਤਰੇ ਲੈ ਆਇਆ। ਸੇਵਕਾਂ ਨੇ ਆਖਿਆ ਕਿ ਮੰਜਾ ਸਿਰਫ ਇੱਕ ਹੀ ਚਾਹੀਦਾ ਹੈ, ਅਸੀਂ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਭੁੰਜੇ ਹੀ ਸੋਵਾਂਗੇ। ਪਰ ਸੰਤ ਜੀ ਨੇ ਫਰਮਾਇਆ ਕਿ ਸਾਡਾ ਚਿੱਤ ਕਰਦਾ ਹੈ ਅਸੀਂ ਤਿੰਨੇ ਇੱਥੇ ਮੰਜੀਆਂ ਤੇ ਪਈਏ। ਸੰਤ ਜੀ ਇਸ ਨਗਰ ਵਿੱਚ 15 ਦਿਨ ਰਹੇ। 2 ਵੇਲੇ ਪਿੰਡ ਦੇ ਗੁਰਦੁਆਰੇ ਵਿੱਚ ਆਸਾ ਜੀ ਦੀ ਵਾਰ ਅਤੇ ਸੌਦਰ ਦਾ ਦੀਵਾਨ ਲੱਗਦਾ ਅਤੇ ਫਿਰ ਸੰਤ ਜੀ ਖੂਹ ਤੇ ਆ ਜਾਂਦੇ। ਪ੍ਰੇਮੀ ਜਲ ਪਾਣੀ ਅਤੇ ਦੋਨੋਂ ਵਕਤ ਦਾ ਪ੍ਰਸ਼ਾਦਾ ਇੱਥੇ ਹੀ ਲੈ ਆਉਂਦੇ। ਸਾਰਾ ਸਮਾਂ ਅਡੋਲ ਇੱਕ ਖਾਸ ਰੱਬੀ ਰੰਗ ਵਿੱਚ ਗੁਜ਼ਰਿਆ। ਇੱਕ ਦਿਨ ਪਿੰਡ ਦਾ ਇੱਕ ਪ੍ਰੇਮੀ ਗੁਜਰਾਂਵਾਲੇ ਗਿਆ ਅਤੇ ਉਸ ਨੇ ਸਹਿ ਸੁਭਾਉ ਭਾਈ ਲਾਲ ਸਿੰਘ ਜੀ ਉਪਦੇਸ਼ਕ ਨਾਲ ਜ਼ਿਕਰ ਕੀਤਾ ਕਿ ਸਾਡੇ ਨਗਰ ਵਿੱਚ 3 ਸਾਧੂ ਆਏ ਹਨ ਜੋ ਨਿਰੇ ਭਜਨ ਦੀਆਂ ਮੂਰਤਾਂ ਹਨ। ਭਾਈ ਲਾਲ ਸਿੰਘ ਜੀ ਸਾਧੂ ਸੰਤਾਂ ਦੇ ਬੜੇ ਪ੍ਰੇਮੀ ਸਨ। ਇਸ ਪ੍ਰੇਮੀ ਦੇ ਨਾਲ ਹੋ ਟੁਰੇ। ਜਦ ਖੂਹ ਤੇ ਅੱਪੜੇ ਤਦ ਇਹਨਾਂ ਨੇ ਦੂਰੋਂ ਹੀ ਸੰਤ ਜੀ ਮਹਾਰਾਜ ਨੂੰ ਪਹਿਚਾਣ ਲਿਆ ਅਤੇ ਆਪਣਾ ਆਪ ਪ੍ਰਗਟ ਕਰਨ ਤੋਂ ਬਗੈਰ ਪੁੱਠੀ ਪੈਰੀ ਮੁੜ ਆਏ ਅਤੇ ਸ਼ਹਿਰ ਗੁਜਰਾਂਵਾਲੇ ਵਿੱਚ ਢੰਡੋਰਾ ਦਵਾ ਦਿੱਤਾ ਕਿ ਸੰਤ ਅਤਰ ਸਿੰਘ ਜੀ ਮਹਾਰਾਜ ਢਿੱਲਾਂਵਾਲੀ ਆਏ ਹੋਏ ਹਨ। ਸੰਗਤ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੀ ਹੋ ਗਈ ਅਤੇ ਵਾਹੋ ਦਾਹੀ ਢਿੱਲਾਂਵਾਲੀ ਅੱਪੜੀ ਦੇ ਦੀਵਾਨ ਖੂਬ ਭਰ ਗਿਆ। ਇਹ ਕੌਤਕ ਵੇਖ ਕੇ ਪਿੰਡ ਦੇ ਲੋਕ ਵੀ ਸਾਰੇ ਆ ਗਏ। ਉਹਨਾਂ ਨੂੰ ਸੰਤ ਜੀ ਮਹਾਰਾਜ ਦਾ ਪਤਾ ਲੱਗਾ ਤਦ ਸਭ ਨੇ ਹੱਥ ਜੋੜ ਕੇ ਮੁਆਫੀ ਮੰਗੀ ਕਿ ਅਸਾਂ ਤੁਹਾਡੀ ਕਦਰ ਨਹੀਂ ਪਾਈ, ਸਾਨੂੰ ਬਖਸ਼ ਲਵੋ ਅਤੇ ਕੁਝ ਦਿਨ ਹੋਰ ਇੱਥੇ ਦਰਸ਼ਨ ਦਿਓ। ਸੰਤ ਜੀ ਮਹਾਰਾਜ ਤਾਂ ਪਿੰਡ ਵਿੱਚ ਇਕਾਂਤ ਰਹਿ ਕੇ ਖੁਸ਼ ਸਨ, ਪਰ ਗੁਜਰਾਂਵਾਲੇ ਦੀ ਸੰਗਤ ਨੇ ਸ਼ਹਿਰ ਚੱਲਣ ਲਈ ਬੜੇ ਪ੍ਰੇਮ ਨਾਲ ਅਰਦਾਸ ਕੀਤੀ। ਸੰਤ ਜੀ ਸੰਗਤ ਦੀ ਬੇਨਤੀ ਮੰਨ ਕੇ ਉਹਨਾਂ ਦੇ ਨਾਲ ਹੀ ਚਲੇ ਗਏ ਅਤੇ ਢਿੱਲਾਂਵਾਲੇ ਲਿਆਉਣ ਵਾਲਾ ਪ੍ਰੇਮੀ ਵੀ ਸੰਤ ਜੀ ਮਹਾਰਾਜ ਦੇ ਨਾਲ ਹੀ ਚਲਾ ਗਿਆ। ਹੁੱਕਾ ਤਾਂ ਉਸਨੇ ਉਸੇ ਦਿਨ ਹੀ ਛੱਡ ਦਿੱਤਾ ਸੀ। ਹੁਣ ਗੁਜਰਾਂਵਾਲੇ ਆ ਕੇ ਸਿੰਘ ਸੱਜ ਗਿਆ ਅਤੇ ਆਪਣਾ ਜਨਮ ਸਫਲਾ ਕਰ ਲਿਆ। ਇਸ ਦੇ ਨਾਲ ਪਿੰਡ ਦੇ ਹੋਰ ਕਈ ਪ੍ਰੇਮੀਆਂ ਦਾ ਵੀ ਉਧਾਰ ਹੋਇਆ। ਗੁਜਰਾਂਵਾਲੇ ਦੀ ਸੰਗਤ ਸੰਤ ਜੀ ਮਹਾਰਾਜ ਦੇ ਆਉਣ ਤੇ ਗਦਗਦ ਹੋ ਗਈ। ਮਾਈ ਭਾਈ ਬੜੇ ਉਤਸ਼ਾਹ ਨਾਲ ਦੀਵਾਨ ਵਿੱਚ ਹਾਜ਼ਰ ਹੁੰਦੇ ਅਤੇ ਇਲਾਕੇ ਦੀਆਂ ਸੰਗਤਾਂ ਵੀ ਦੂਰ ਦੂਰ ਤੋਂ ਆਉਣ ਲੱਗ ਪਈਆਂ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦੀਵਾਨ ਵਿੱਚ ਇਕੱਤਰ ਹੋ ਜਾਂਦੀ ਅਤੇ ਸੈਂਕੜੇ ਮਾਈ ਭਾਈ ਨੇ ਇੱਥੇ ਅੰਮ੍ਰਿਤ ਛਕਿਆ। ਇਸ ਤੋਂ ਅਗਲੀ ਸਾਖੀ ਆਪਾਂ ਅਗਲੇ ਭਾਗ ਵਿੱਚ ਪੜਾਂਗੇ। ਤਦ ਤੱਕ ਲਈ ਧੰਨਵਾਦ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਕੰਟੀਨਿਊਸਲੀ ਅਪਡੇਟਸ ਮਿਲਦੇ ਰਹਿਣ। ਧੰਨਵਾਦ।